सब तो इंपॉर्टेंट गल याद रखियो, जेडे भी बच्चों को ये चीज़ की प्रॉब्लम है कि सर बैंड स्कोर राइटिंग चो किवें आउंदे आ, तां याद रखियो नंबर 1 2 3 4 तुसी की करना है। सब तो पहले पैराग्राफ दे विच इंट्रोडक्शन, उस वार BP1 BP2 ते लास्ट ते लिखना है इहदा ओवरऑल। किसी दे पिछे लग के इंट्रोडक्शन तो बाद ओवरऑल ना लिखियो, तुसी गलत हो जाओगे। इस स्ट्रक्चर नू फॉलो करो, मैं प्रॉमिस करदा तुहाडे राइटिंग टास्क 1 चो 3 बैंड आणगे, गल खत्म। जी की हाल चाल। आईएलस राइटिंग दे विच प्रॉब्लम आ रही है, आ जाओ मेरे को, मैं प्रॉब्लम एवें सॉल्व करके दूंगा। वीडियो चंगी लगी चैनल सबसक्राइब कर दियो, ना लगी 10 लोगों जाके जरूर कहियो भी रमन वधिया नहीं पढ़ाउंदा, उहदे चैनल ते ना जाइयो। पर हाँ जे वधिया लगी तो जाके खसमों कह दियो भी हाँ चंगा पढ़ाउंदेगा, ठीक है। कोई फालतू टॉक नहीं, सीधा पढ़ाउण दी गल है। सब तो जिहड़ा मेन कंसैप्ट हैगा वो ये गल याद रखियो, जिहड़े बच्चे पेपर की तैयारी करदे आईएलस दी राइटिंग दे विच, भावें एकेडैमिक दा बच्चा है भावें जनरल दा बच्चा है, ਆਪਾਂ ਨੂੰ ਇਹ ਪਤਾ ਹੈ ਸਾਡੇ ਕੋਲੇ 2 ਟਾਸਕ ਨੇ, ਟਾਸਕ 1 ਟਾਸਕ 2। ਟਾਸਕ 1 ਦੇ 3 ਬੈਂਡ ਹੁੰਦੇ ਆ, ਟਾਸਕ 2 ਦੇ 6 ਬੈਂਡ ਹੁੰਦੇ ਆ। ਅੱਜ ਦੀ ਗੱਲ ਮੈਂ ਟਾਸਕ 2 ਦੀ ਨਹੀਂ ਬਲਕਿ ਟਾਸਕ 1 ਦੀ ਕਰੂੰਗਾ ਤੇ ਮੈਂ ਐਕੈਡੈਮਿਕ ਦੀ ਗੱਲ ਕਰੂੰਗਾ। ਮੇਰੀ ਨਵੀਂ ਵੀਡੀਓ ਜਰਨਲ ਦੇ ਲਈ ਵੀ ਆਊਗੀ ਕਿਵੇਂ ਕਰਨਾ ਹੈਗਾ। ਅੱਜ ਮੈਂ ਤੁਹਾਨੂੰ ਇਹ ਸਿਖਾਊਂਗਾ ਕਿ ਕਿਵੇਂ ਰਾਈਟਿੰਗ ਟਾਸਕ ਦੇ ਵਿੱਚੋਂ 3 ਆਊਟ ਆਫ 3 ਬੈਂਡ ਤੁਸੀਂ ਲੈ ਸਕਦੇ ਹੋ, ਉਹ ਵੀ ਬਿਨਾਂ ਕੋਈ ਸੋਚੇ ਸਮਝੇ ਕੁਝ ਵੀ ਨਹੀਂ ਤਰੀਕਾ। ਹੁਣ ਮੈਂ ਟਾਸਕ 1 ਹੈ ਨਾ, ਉਹਦੇ 'ਚ ਹੁੰਦਾ ਹੈ ਕੰਪੈਰੀਜ਼ਨ। ਮੈਂ ਤੁਹਾਨੂੰ ਕੱਲੀ ਚੀਜ਼ ਦਾ ਕੰਪੈਰੀਜ਼ਨ ਕਰਕੇ ਦਿਖਾਉਂਗਾ, ਤੁਹਾਨੂੰ ਇਹ ਲੱਗੂਗਾ ਵੀ ਰਮਨ ਸਰ ਅੱਜ ਕਲਾਸ ਲਾ ਰਹੇ ਆ ਮੁੱਲ ਮੁੜ ਰਿਹਾ ਹੈਗਾ, ਇਹ ਤੋਂ ਬਾਅਦ ਕੁਝ ਨਹੀਂ। ਮੈਪ ਨੂੰ ਕਰਨ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਕੀ ਕਰਨਾ ਪਊਗਾ, ਇਹਨੂੰ ਲੋਕੇਸ਼ਨ ਨੂੰ ਨਾ ਇੱਕ ਵਧੀਆ ਤਰੀਕਾ ਜੱਜ ਕਰਨਾ ਸਿਖਾਉਣਾ। ਤੁਸੀਂ ਜਿਹੜਾ ਵੀ ਮੈਪ ਹੋਏਗਾ ਉਹਦੇ 'ਚ ਇੱਕ ਲਾਈਨ ਐਵੇਂ ਮਾਰ ਲਿਓ, ਦੇਖਿਓ ਐਵੇਂ ਕਰਕੇ ਇੱਕ ਲਾਈਨ ਐਵੇਂ ਤੇ ਇੱਕ ਲਾਈਨ ਐਵੇਂ। ਉੱਪਰਲੇ ਹਿੱਸੇ ਨੂੰ ਕਹਿ ਦਿਓ ਨਾਰਥ, ਨੀਚੇ ਵਾਲੇ ਨੂੰ ਕਹਿ ਦਿਓ ਸਾਊਥ। ਇਧਰਲਾ ਹਮੇਸ਼ਾ ਵੈਸਟ, ਇਧਰਲਾ ਹਮੇਸ਼ਾ ਈਸਟ। ਆਪਣੇ ਕੋਲੇ ਆ ਲੋਕੇਸ਼ਨ ਹੈਗੀ। ਹੁਣ ਆਪਾਂ ਨੂੰ ਇਹ ਪਤਾ ਕਿ ਜਿਹੜਾ ਮੇਰਾ ਇਹ ਵਾਲਾ ਏਰੀਆ ਹੋ ਗਿਆ, ਆਹ ਵਾਲਾ ਏਰੀਆ, ਇਹ ਹਮੇਸ਼ਾ ਨਾਰਥ ਵੈਸਟ, मतलब क्या हो गया अपना ਜਿਹੜਾ ਹੋ ਗਿਆ ਨਾਰਥ ਵੈਸਟ ਵਾਲਾ ਹਿੱਸਾ ਆਪਣਾ ਇਹ ਹੋ ਗਿਆ। ਇਹ ਹਿੱਸਾ ਕਿਹੜਾ ਹੋ ਗਿਆ ਨਾਰਥ ਈਸਟ। ਚਲੋ ਜੀ ਆਹ ਵਾਲਾ ਹਿੱਸਾ ਕਿਹੜਾ ਹੋ ਗਿਆ ਸਾਊਥ ਵੈਸਟ, ਆਹ ਕਿਹੜਾ ਹੋ ਗਿਆ ਸਾਊਥ ਈਸਟ। ਹੁਣ ਅਸੀਂ ਇਹ ਦੇਖਣਾ ਹੈ ਵੀ ਸਾਡਾ ਮੈਪ ਕਹਿਣਾ ਕੀ ਚਾਹੁੰਦਾ ਹੈਗਾ, ਕਿ ਇਹ 'ਚ ਕੀ ਫੇਰ ਬਦਲਾਵ ਕੀ ਆਏਗਾ। ਜੇ ਮੈਨੂੰ ਬੜੇ ਵਧੀਆ ਢੰਗ ਨਾਲ ਦੇਖਾਂ, ਤੁਸੀਂ ਇੱਕ ਚੀਜ਼ ਨੂੰ ਨੋਟ ਕਰਕੇ ਦੇਖੋ ਡੀਅਰ। ਪਹਿਲਾਂ ਮੇਰੇ ਕੋਲੇ ਉਰੇ 3 ਦਰਖਤ ਹੁੰਦੇ ਸੀ, ਹੁਣ 1936 ਦੇ ਵਿੱਚ ਮੇਰੇ ਕੋਲੇ ਦਰਖਤ ਹੁੰਦੇ ਸੀ 3, ਹੁਣ 2007 ਚ ਆ ਕੇ ਮੇਰੇ ਕੋਲ ਤਾਂ 1 ਦਰਖਤ ਰਹਿ ਗਿਆ, ਮਤਲਬ ਘਟ ਗਿਆ। ਚਲੋ ਜੀ ਇੱਧਰ ਮੇਰੇ ਕੋਲੇ ਪਹਿਲਾਂ ਨਦੀ ਜਾਂਦੀ ਹੁੰਦੀ ਸੀ, ਰਿਵਰ ਹੁੰਦੀ ਸੀ, ਉਹਦੀ ਜਗ੍ਹਾ ਤੇ ਰੈਜ਼ੀਡੈਂਟਲ ਏਰੀਆ ਹੋ ਗਿਆ, ਲੋਕ ਰਹਿਣ ਆ ਗਏ। ਇੱਧਰ ਮੇਰੇ ਕੋਲੇ ਸਾਈਕਲ ਪਾਥ ਹੁੰਦਾ ਸੀ, ਇਹਦੀ ਜਗ੍ਹਾ ਤੇ ਰੋਡ ਬਣਾਤਾ। ਇੱਥੇ ਮੇਰੇ ਕੋਲੇ ਗਵਰਨਮੈਂਟ ਦਾ ਆਫਿਸ ਸੀ, ਇਹਨੇ ਮਿਊਜ਼ੀਅਮ ਬਣਾਤਾ। ਇੱਥੇ ਫਾਰਮਲੈਂਡ ਸੀ, ਉਰੇ ਗੋਲਫ ਦਾ ਕੋਰਸ ਬਣਾਤਾ। ਜਿਵੇਂ ਵਿੱਚੋਂ ਦੇਖਾਂ ਇਹ ਖਾਲੀ ਜਗ੍ਹਾ ਸੀ, ਉਰੇ ਸ਼ਾਪਿੰਗ ਸੈਂਟਰ ਬਣ ਗਿਆ ਤੇ ਉਰੇ ਪੋਸਟ ਆਫਿਸ ਸੀ, ਇਹ ਬਦਲਿਆ ਨਹੀਂ, ਇਹ ਉੱਥੇ ਦਾ ਉੱਥੇ ਹੀ ਹੈ। ਸਵੀਟ ਸ਼ਾਪ ਤੇ ਬੂਚਰ ਦੀ ਸ਼ਾਪ, ਬੂਚਰ ਹੁੰਦਾ ਕਸਾਈਖਾਨਾ, ਇਹਦੀ ਜਗ੍ਹਾ ਤੇ ਸੁਪਰਮਾਰਕੀਟ ਬਣ ਗਈ। ਫਲਾਵਰ ਸ਼ਾਪ ਦੀ ਜਗ੍ਹਾ ਤੇ ਟਰੈਵਲ ਏਜੰਟ ਆ ਗਿਆ। ਬੈਂਕ ਤੇ ਲਾਇਬ੍ਰੇਰੀ ਓਵੇਂ ਦੇ ਓਵੇਂ ਸੇਮ ਰਹਿ ਗਏ। ਹੁਣ ਇਹ ਜਿੰਨੀਆਂ ਵੀ ਚੇਂਜਿਸ ਇਹਦੇ 'ਚ ਆਈਆਂ ਨੇ, ਅੱਧੀਆਂ ਨੂੰ ਬੋਡੀ ਪੈਰਾਗ੍ਰਾਫ 1 ਦੇ ਵਿੱਚ ਤੇ ਅੱਧੀਆਂ ਨੂੰ ਬੋਡੀ ਪੈਰਾਗ੍ਰਾਫ 2 ਦੇ ਵਿੱਚ ਕਰਨੇ, ਇਹ ਤੋਂ ਬਾਅਦ ਕੁਝ ਨਹੀਂ। ਤੇ ਇੱਕ ਬੇਨਤੀ ਸੁਣ ਲਓ, ਕਿਸੇ ਦੇ ਪਿੱਛੇ ਲੱਗ ਕੇ ਇਹ ਨਾ ਸੋਚਿਓ, ਮੈਂ ਤੁਹਾਨੂੰ ਦੱਸਦਾ ਸਟਰਕਚਰ ਕੀ ਹੈ ਐਸੇ ਨੂੰ ਲਿਖਣ ਦਾ। ਐਸੇ ਕਹਿ ਗਿਆ ਸੌਰੀ ਟਾਸਕ 1 ਨੂੰ ਲਿਖਣ ਦਾ ਜਿਹੜਾ ਸਟਰਕਚਰ ਹੈਗਾ ਨਾ ਉਹ ਇਹ ਹੈ। ਆਪਾਂ ਨੇ ਘੱਟੋ ਘੱਟ ਇੱਕ ਵਾਰ ਇਹ ਤਾਂ ਦੇਖ ਲੈਣਾ ਵੀ ਕਿਹੜੀਆਂ ਚੇਂਜਿਸ ਆਈਆਂ। ਹੁਣ ਦੂਜੇ ਨੰਬਰ ਤੇ ਸਾਡਾ ਮੇਨ ਜਿਹੜਾ ਮਕਸਦ ਕੀ ਹੈ ਉਹ ਇਹ ਹੈਗਾ, ਆਪਾਂ ਇਹਨੂੰ ਇਦਾਂ ਕਰਦੇ ਹਾਂ, ਇੱਕ ਵਾਰ ਇਹਨੂੰ ਕਰਦੇ ਹਾਂ ਛੋਟਾ ਸਾਈਜ਼ ਦੇ ਵਿੱਚ, ਇਹਨੂੰ ਉੱਪਰ ਲੈ ਕੇ ਜਾਂਦੇ ਹਾਂ, ਇਹਨੂੰ ਲਿਆਉਂਦੇ ਹਾਂ ਥੋੜਾ ਸਾਈਜ਼ ਵੱਡਾ, ਤਾਂ ਕਿ ਆਪਾਂ ਨੂੰ ਹਰ ਇੱਕ ਟੌਪਿਕ ਜਿਹੜਾ ਬੜਾ ਵਧੀਆ ਕਲੀਅਰ ਹੋ ਜਾਏ। ਫਿਰ ਦੂਜੇ ਨੂੰ ਜ਼ੂਮ ਕਰ ਲਾਂਗੇ, ਠੀਕ ਹੈ। ਲਓ ਜੀ ਜਸਟ ਫॉर ਯੂ ਪੀਪਲ ਮੈਂ ਤੁਹਾਨੂੰ ਇਸ ਤਰੀਕੇ ਨਾਲ ਪੜਾਉਣਾ ਸ਼ੁਰੂ ਕਰੂੰਗਾ। ਹੁਣ ਤੁਸੀਂ ਸਟੇਟਮੈਂਟ ਨੂੰ ਜੇ ਨਿਗਾਹ ਮਾਰਦੇ ਹੋ, ਸਟੇਟਮੈਂਟ ਇਹ ਕਹਿ ਰਹੀ ਹੈਗੀ ਕਿ ਇੱਕ ਮੈਪ ਜਿਹਦੇ 'ਚ ਇਹ ਸ਼ੋ ਹੋ ਰਿਹਾ ਕਿ ਟਾਊਨ ਹੈ, ਲਿਨਫੀਲਡ ਟਾਊਨ ਹੈ, 1936 ਤੇ 2007 ਦੇ ਵਿੱਚੋਂ ਕਿਵੇਂ ਦਾ ਦਿਖਦਾ ਸੀਗਾ। ਸਭ ਤੋਂ ਇੰਪੋਰਟੈਂਟ ਗੱਲ ਯਾਦ ਰੱਖਿਓ, ਜਿਹੜੇ ਵੀ ਬੱਚਿਆਂ ਨੂੰ ਇਹ ਚੀਜ਼ ਦੀ ਪ੍ਰੋਬਲਮ ਹੈ ਕਿ ਸਰ ਬੈਂਡ ਸਕੋਰ ਰਾਈਟਿੰਗ 'ਚੋਂ ਕਿਵੇਂ ਆਉਂਦੇ ਆ, ਤਾਂ ਯਾਦ ਰੱਖਿਓ ਨੰਬਰ 1 2 3 4 ਤੁਸੀਂ ਕੀ ਕਰਨਾ ਹੈ, ਸਭ ਤੋਂ ਪਹਿਲੇ ਪੈਰਾਗ੍ਰਾਫ ਦੇ ਵਿੱਚ ਇੰਟਰੋਡਕਸ਼ਨ, ਉਸ ਵਾਰ BP1 BP2 ਤੇ ਲਾਸਟ ਤੇ ਲਿਖਣਾ ਹੈ ਇਹਦਾ ਓਵਰਆਲ। ਕਿਸੇ ਦੇ ਪਿੱਛੇ ਲੱਗ ਕੇ ਇੰਟਰੋਡਕਸ਼ਨ ਤੋਂ ਬਾਅਦ ਓਵਰਆਲ ਨਾ ਲਿਖਿਓ, ਤੁਸੀਂ ਗਲਤ ਹੋ ਜਾਓਗੇ। ਇਸ ਸਟਰਕਚਰ ਨੂੰ ਫੋਲੋ ਕਰੋ, ਮੈਂ ਪ੍ਰੋਮਿਸ ਕਰਦਾ ਤੁਹਾਡੇ ਰਾਈਟਿੰਗ ਟਾਸਕ 1 ਚੋਂ 3 ਬੈਂਡ ਆਣਗੇ, ਗੱਲ ਖਤਮ। ਇੰਟਰੋਡਕਸ਼ਨ ਨੂੰ ਲਿਖਣ ਦਾ ਕੋਈ ਬਹੁਤਾ ਵੱਡਾ ਗੇਮ ਨਹੀਂ ਹੁੰਦੀ। ਇੰਟਰੋਡਕਸ਼ਨ ਦੇ ਲਈ ਕੁਝ ਨਹੀਂ ਕੀਤਾ ਮੈਂ ਦੇਖਿਆ ਪੁੱਤ ਕਿ ਇਹਨੇ ਲਿਖ ਰੱਖਿਆ ਦਾ ਮੈਪਸ, ਮੈਂ ਕਿਹਾ ਦਾ ਮੈਪਸ ਕਦੇ ਵੀ ਚੇਂਜ ਨਹੀਂ ਕਰਨਾ। ਉਹਦੇ ਲਾਈਨ ਗ੍ਰਾਫ ਹੁੰਦਾ, ਮੈਂ ਲਾਈਨ ਲਿਖ ਦਿੰਦਾ। ਇਹਨੇ ਲਿਖਿਆ ਬਿਲੋ ਕਦੇ ਵੀ ਨਹੀਂ ਪਾਉਣਾ ਹੈਗਾ, ਕਿਉਂਕਿ ਬਿਲੋ ਆਉਂਦੀ ਹੈ ਗਾਣਿਆਂ 'ਚ। ਕਾਕੇ ਦਾ ਗਾਣਾ ਨਹੀਂ ਸੁਣਿਆ, ਬਿੱਲੋ ਬੱਗੇ ਬਿੱਲਿਆਂ ਦਾ ਕੀ ਕਰੇਗੀ, ਤਾਂ ਬਿੱਲੋ ਉੱਥੇ ਆ ਗਈ, ਰਾਈਟਿੰਗ ਟਾਸਕ 'ਚ ਨਹੀਂ ਆਉਂਦੀ। ਅੱਗੇ ਵਾਰੀ ਆ ਗਈ ਸ਼ੋ ਦਾ ਸਿਨੋਨਿਮ ਮੈਨੇ ਯੂਜ਼ ਕੀਤਾ ਡਿਪਿਕਟ। ਕੋਈ ਬੱਚਾ ਇਲੂਸਟ੍ਰੇਟ ਵੀ ਕਰ ਸਕਦਾ ਹੈ, ਕੋਈ ਰਿਪਰੈਜ਼ੈਂਟ ਵੀ ਕਰ ਸਕਦਾ ਹੈ, ਆਪਣੀ ਮਰਜ਼ੀ। ਤੇ ਫਿਰ ਮੈਨੇ ਨਾਲ ਲਿਖਤਾ ਦਾ ਇਨਫੋਰਮੇਸ਼ਨ ਅਬਾਊਟ।
हमेशा मैंने की किया द मैप्स सेम द सेम हो गया, बिलो पाया नहीं, शो द सिनोनिम मैंने पाया डिपिक्ट, ना लिखता मैंने द इन्फॉर्मेशन अबाउट, इन्हें लिखा द टाउन ऑफ लिनफील्ड 1936 ते 2007 च, मैं क्या द लेआउट ऑफ टाउन, लेआउट मतलब प्लान है ਜਿਹੜਾ टाउन ਦਾ ਲਿਨਫੀਲਡ ਦਾ फ्रॉम 1936 ਤੇ 2007 ਜੋ ਇੱਥੇ ਲਿਖਿਆ ਉਹ ਇੱਥੇ ਲਿਖਿਆ, ਜਿਹਦਾ ਸਿਨੋਨਿਮ ਆਇਆ ਉਹ ਕਰ ਲਿਆ, ਅਦਰਵਾਈਜ਼ ਕੋਈ ਚੇਂਜ ਨਹੀਂ ਕੀਤੀ, ਇਹਨੂੰ ਇੰਟਰੋਡਕਸ਼ਨ ਹੈ, ਦੈਟਸ ਇਟ। ਹੁਣ ਵਾਰੀ ਆਪਣੀ ਆ ਗਈ ਬੋਡੀ ਪੈਰਾਗ੍ਰਾਫ 1 ਦੀ, ਇੰਟਰੋਡਕਸ਼ਨ ਹੋ ਗਈ ਲਾਈਜ਼ਿੰਗ ਦਾ ਮੈਪਸ ਨੂੰ ਐਨਾਲਾਈਜ਼ ਕੀਤਾ, ਇਟ ਕੈਨ ਬੀ ਸੀਨ ਕਲੀਅਰਲੀ ਦੈਟ, ਹਮੇਸ਼ਾ ਰਾਈਟਿੰਗ ਟਾਸਕ 1 ਤੋਂ ਇਹ ਲਾਈਨ ਲਿਖਣੀ ਹੈ, ਬਸ ਜਿੱਥੇ ਮੈंने ਮੈਪਸ ਪਾਇਆ ਹੈ, ਜੇ ਲਾਈਨ ਗ੍ਰਾਫ ਹੋ ਗਈ ਲਾਈਨ, ਬਾਰ ਹੈ ਬਾਰ, ਜਿਹੜਾ ਵੀ ਹੋਗਾ, ਮੈਂ ਕਿਹਾ ਇਨ 1936 ਆ ਰਿਹਾ, ਉਸ ਵਾਰ ਮੈंने ਪਾ ਲਿਆ ਕੌਮਾ, ਨੌਰਥ ਵੈਸਟ ਡਾਇਰੈਕਸ਼ਨ, ਹੁਣ ਦਿਮਾਗ ਲਾ ਕੇ ਦੇਖੋ ਨੌਰਥ ਵੈਸਟ ਡਾਇਰੈਕਸ਼ਨ ਕਿਹੜੀ ਹੋਗੀ, ਆਪਾਂ ਇਹਨੂੰ ਐਵੇਂ ਕਰਿਆ ਨੌਰਥ ਸਾਊਥ ਵੈਸਟ ਈਸਟ, ਹੁਣ ਇਹਨੇ ਕੀ ਕਿਹਾ ਨੌਰਥ ਵੈਸਟ ਡਾਇਰੈਕਸ਼ਨ ਮਤਲਬ ਇਧਰਲੀ ਪਾਸੇ ਦੀ ਗੱਲ ਕਰੂਗਾ, ਆ ਰਿਹਾ some trees were planted, ਕੁਝ ਕ ਟਰੀਜ਼ ਪਲਾਂਟਡ ਸੀ, ਆ ਦੇਖੋ ਕੁਝ ਕ ਟਰੀਜ਼ ਹੈਗੇ ਸੀਗੇ, ਵਾਈਲ ਵਾਈਲ ਵਰਡ ਮੈंने ਤਾਂ ਲਾਇਆ ਇਧਰਲੇ ਗ੍ਰਾਫ ਤੋਂ ਇਧਰਲੇ ਚ ਆਉਣ ਦੇ ਲਈ ਆਪਾਂ ਨੇ ਵਾਈਲ ਯੂਜ਼ ਕੀਤਾ, ਜਦੋਂ ਆਪਾਂ ਕੰਪੈਰੀਜ਼ਨ ਕਰਦੇ ਆ ਹਾਊ ਐਵਰ ਵਾਈਲਸਟ ਐਵੇਂ ਦੇ ਵਰਡ ਯੂਜ਼ ਕਰਦੇ ਆ, ਮੈਂ ਕਿਹਾ 2007 ਫਿਰ ਕੌਮਾ only one tree was grown in same direction, ਮੈਂ ਕਿਹਾ 2007 ਚ ਤਾਂ ਕੱਲਾ ਇੱਕ ਟਰੀ ਰਹਿ ਗਿਆ, and others were chopped down, chopped ਦਾ ਮਤਲਬ ਕੱਟ ਦੇਣਾ, ਤੁਸੀਂ ਇਹ ਦੇਖੋ ਕਿ ਪਹਿਲਾ ਸਟਰਕਚਰ ਮੈंने ਕਲੀਅਰ ਕਰਤਾ ਕਿ 1936 ਦੇ ਵਿੱਚ ਕੁਝ ਕ ਟਰੀ ਸੀਗੇ ਨਾਰਥ ਵੈਸਟ ਵਾਲੇ ਪਾਸੇ, ਬਲਕਿ ਹੁਣ 2007 ਦੇ ਵਿੱਚ ਕੀ ਹੋਇਆ ਕੱਲਾ ਇੱਕ ਟਰੀ ਰਹਿ ਗਿਆ, ਬਾਕੀ ਚੋਪਡ ਡਾਊਨ ਕਰਤੇ, ਚੋਪ ਡਾਊਨ ਦਾ ਮਤਲਬ ਕੱਟਣਾ, ਸਾਡੇ ਪੰਜਾਬੀ ਇਹ ਕਹਿੰਦੇ ਵੀ ਚੋਪੜ ਕੇ ਰੱਖਤੇ ਦਾ ਮਤਲਬ ਅੰਗਰੇਜ਼ੀ ਦਾ ਸ਼ਬਦ ਹੈ, ਦੇਖੋ ਪਤਾ ਹੀ ਨਹੀਂ ਸੀ ਕੀ ਕੁਝ ਬੋਲੀ ਗਈ ਅਸੀਂ, ਠੀਕ ਹੈ, ਤਾਂ ਇੱਕ ਹੋ ਗਿਆ ਕਲੀਅਰ, ਆਪਾਂ ਹੁਣ ਇਦਾਂ ਕਰਦੇ ਇਹਨੂੰ ਐ ਕਰਦੇ ਆ ਕੱਟ ਦੇਣਾ, ਹੁਣ ਤੁਸੀਂ ਕਿ ਨੋਟ ਕਰਕੇ ਦੇਖੋ ਮੈंने ਜਿਹੜਾ ਵਰਡ ਯੂਜ਼ ਕੀਤਾ ਸੀਗਾ ਵਾਈਲ ਕੰਪੈਰੀਜ਼ਨ ਦੇ ਲਈ, ਹੁਣ ਅਗਲੇ ਜਦੋਂ ਮੈਂ ਕੰਪੈਰੀਜ਼ਨ ਕਰੂੰਗਾ ਤਾਂ ਸੇਮ ਵਾਈਲ ਨਹੀਂ ਹੋਣਾ ਚਾਹੀਦਾ, ਠੀਕ ਹੈ, ਚਲੋ ਹੁਣ ਅਗਲੇ ਲਈ ਮੈंने ਕੀ ਕੀਤਾ ਯੂਜ਼ ਕਰਿਆ, ਮੈਂ ਕਿਹਾ ਫਰਦਰ ਮੋਰ, ਇਹ ਫਰਦਰ ਮੋਰ ਤਾਂ ਲਾਇਆ, ਹੁਣ ਮੈਂ ਅਗਲੇ ਸਟੈਪ ਤੇ ਜਾ ਰਿਹਾ, ਮੈਂ ਇਹਨੂੰ ਕੱਟ ਦੇਣਾ, ਇੰਨਾ ਹੋ ਗਿਆ ਆਪਣਾ, ਇੱਕ ਹੋ ਗਿਆ, ਚਲੋ ਦੂਜਾ ਮੈਂ ਕਿਹਾ ਰਿਵਰ ਹੈਡ ਬੀਨ ਫਲੋਡ ਇਨ ਨਾਰਥ ਈਸਟ, ਹੁਣ ਨਾਰਥ ਈਸਟ ਦਾ ਮਤਲਬ ਕਿ ਈਸਟ ਪਾਸਾ ਆਏ, ਨਾਰਥ ਆ ਰਿਹਾ, ਰਿਵਰ ਇਧਰ ਸੀ, ਮੈਂ ਕਿਹਾ ਨਾਰਥ ਈਸਟ ਵਾਲੇ ਪਾਸੇ ਜਿਹੜੀ ਡਾਇਰੈਕਸ਼ਨ ਸੀ ਫਾਰਮਰ ਮੈਪ ਦੇ ਵਿੱਚ ਉੱਥੇ ਇੱਕ ਨਦੀ ਫਲੋ ਕਰਦੀ ਸੀ, ਆ ਰਹੀ, ਹੁਣ ਕੀ ਹੋ ਗਿਆ ਉੱਥੇ ਰੈਜ਼ੀਡੈਂਟਲ ਏਰੀਆ ਬਣ ਗਿਆ, ਮੈਂ ਕਿਹਾ ਹਾਊ ਐਵਰ, ਤੁਸੀਂ ਗੌਰ ਕਰਕੇ ਦੇਖੋ ਪਹਿਲਾਂ ਮੈंने ਵਰਡ ਵਾਈਲ ਯੂਜ਼ ਕੀਤਾ ਸੀ ਇੱਧਰ ਤੋਂ ਉੱਧਰ ਆਉਣ ਦੇ ਲਈ, ਹੁਣ ਮੈंने ਹਾਊ ਐਵਰ ਯੂਜ਼ ਕੀਤਾ, ਮੈਂ ਕਿਹਾ ਦਿਸ ਪਾਰਟ ਆਫ ਮੈਪ ਵਾਸ ਕਵਰਡ ਬਾਈ ਰੈਜ਼ੀਡੈਂਟਲ ਏਰੀਆ ਇਨ ਲੇਟਰ ਮੈਪ, ਫਾਰਮਰ ਮੈਪ ਕਿਹੜਾ ਹੁੰਦਾ ਪਹਿਲਾ ਮੈਪ, ਲੇਟਰ ਮੈਪ ਹੁੰਦਾ ਦੂਜਾ ਮੈਪ, ਉੱਥੇ ਨਦੀ ਜਾਂਦੀ ਸੀ, ਉੱਥੇ ਰੈਜ਼ੀਡੈਂਟਲ ਏਰੀਆ ਬਣ ਗਿਆ, ਆਪਾਂ ਦੋ ਚੀਜ਼ਾਂ ਕਲੀਅਰ ਕਰਤੀਆਂ ਬ్రో, ਗੱਲ ਖਤਮ, ਆ ਲਓ ਜੀ। ਤੁਸੀਂ ਇਹ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਮੈਂ ਇਕੱਲੇ ਕਨੈਕਟਰ ਦੇ ਉੱਤੇ ਤੁਹਾਨੂੰ ਕੰਮ ਕਰਕੇ ਸਿਖਾ ਰਿਹਾ, ਕਿਤੇ ਨੂੰ ਸਿਖਾਉਂਦਾ ਕੋਈ, ਅਗਲਾ ਕਹਿੰਦਾ ਵੀ ਰਾਂਦ ਗੱਟ ਵਿਊ ਦਾ ਰੌਲਾ ਨਹੀਂ ਹੈਗਾ ਡਾਰਲਿੰਗ, ਪੜ੍ਹਾਈ ਦਾ ਤਾਂ ਦਿਲੋਂ ਪੜ੍ਹਾਈ ਦਾ, ਮਤਲਬ ਇੱਕ ਹੋ ਗਿਆ, ਦੂਜਾ ਹੋ ਗਿਆ, ਹੋਰ ਦੇਖੀਏ ਕੀ ਹੈ, ਕਹਿੰਦਾ ਫਾਰਮਲੈਂਡ ਆ ਰਹੀ, ਕਹਿੰਦਾ ਫਾਰਮਲੈਂਡ ਵਾਸ ਅਵੇਲੇਬਲ ਇਨ ਦਾ ਫਸਟ ਈਅਰ ਸਾਊਥ ਈਸਟ ਸਾਈਡ, ਬ్రో ਦੇਖੋ ਇਹਨੂੰ ਐਵੇਂ ਕਰ ਲਓ, ਉੱਪਰਲਾ ਨਾਰਥ ਨੀਚੇ ਵਾਲਾ ਸਾਊਥ, इधरला वेस्ट इधरला ईस्ट, ਹੁਣ ਇਹ ਪਾਸਾ ਕਿਹੜਾ ਹੋ ਗਿਆ ਸਾਊਥ ਈਸਟ ਪਾਸਾ ਹੋ ਗਿਆ ਨਾ, ਇਹ ਤਾਂ ਇਹਨੇ ਲਿਖਿਆ ਕਿ ਸਾਊਥ ਈਸਟ ਸਾਈਡ ਜਿਹੜੀ ਫਾਰਮਲੈਂਡ ਹੁੰਦੀ ਸੀ, ਹੁਣ ਇਹਦੀ ਜਗ੍ਹਾ ਤੇ ਕੀ ਕਰਤਾ ਇਹਨਾਂ ਨੇ ਗੋਲਫ ਕੋਰਸ ਬਣਾਤਾ, ਮੈਂ ਕਿਹਾ ਵਾਈਲਸਟ in the second year golf course ਹੈ ਜਿਹੜਾ had taken place of it without changing direction, ਕੋਈ ਡਾਇਰੈਕਸ਼ਨ ਚੇਂਜ ਨਹੀਂ ਹੋਈ, ਬਸ ਉਹਦੀ ਜਗ੍ਹਾ ਤੇ ਗੋਲਫ ਕੋਰਸ ਆ ਗਿਆ। ਤੁਸੀਂ ਇਹ ਦੇਖੋ ਇੱਕ ਮੈਪ ਤੋਂ ਦੂਜੇ ਮੈਪ 'ਚ ਜਾਣ ਦੇ ਲਈ ਪਹਿਲਾ ਵਰਡ ਮੈंने ਵਾਈਲ, ਦੂਜਾ ਵਰਡ ਮੈंने ਹਾਊਐਵਰ, ਤੀਜਾ ਵਰਡ ਮੈंने ਵਾਈਲਸਟ, ਐਵੇਂ ਸਮਝ ਆਊਗਾ। ਚਲੋ ਜੀ ਅੱਗੇ ਕੀ ਹੈ, ਕਹਿੰਦਾ ਐਡੀਸ਼ਨਲੀ ਕੀ ਕੀਤਾ, ਲੈਫਟ ਸਾਈਡ ਆਫ ਦਾ ਫਾਰਮਲੈਂਡ ਗਵਰਨਮੈਂਟ ਦੇ ਆਫਿਸ ਸੀ, ਫਾਰਮਲੈਂਡ ਦੇ ਲੈਫਟ ਸਾਈਡ ਤੇ ਕੀ ਸੀ ਗਵਰਨਮੈਂਟ ਦੇ ਆਫਿਸ ਸੀਗੇ, ਵਰ ਐਸਟੈਬਲਿਸ਼ਡ ਇਨ 1936 ਦੇ ਵਿੱਚ ਇੱਥੇ ਗਵਰਨਮੈਂਟ ਦੇ ਆਫਿਸ ਬਣੇ ਹੋਏ ਸੀ। ਵਾਈਲ, ਹੁਣ ਮੈਂ ਦੁਬਾਰਾ ਰਿਪੀਟ ਕਰਤਾ, ਦੇਖੋ ਆ ਰਿਹਾ ਵਾਈਲ, 2007 ਦੇ ਵਿੱਚ ਕੀ ਹੋਇਆ, ਇਟ ਵਾਜ਼ ਚੇਂਜਡ ਇਨਟੂ ਮਿਊਜ਼ੀਅਮ ਇਨ ਸਿਮਿਲਰ ਡਾਇਰੈਕਸ਼ਨ ਤੇ ਮਿਊਜ਼ੀਅਮ ਆ ਗਿਆ। ਇੱਕ ਪੈਰਾਗ੍ਰਾਫ ਦੇ ਵਿੱਚ ਤੁਸੀਂ ਦੇਖੋ ਮੈਂ ਕਿੰਨੀਆਂ ਚੀਜ਼ਾਂ ਨੂੰ ਕਿੰਨੇ ਤਰੀਕੇ ਨਾਲ ਐਕਸਪਲੇਨ ਕਰਕੇ ਗਿਆ, ਇਦਾਂ ਕਰਦੇ ਆਂਗੇ। ਹਲੋ ਇਹ ਤੋਂ ਵਧੀਆ ਤੁਸੀਂ ਇਹ ਦੱਸੋ, ਮੇਨ ਸਾਰੀਆਂ ਚੀਜ਼ਾਂ ਸਮਝਾਉਣਾ ਮੈਂ ਤੁਹਾਨੂੰ, ਮੈਂ ਕੀ ਕੀਤਾ ਦੇਖੋ, ਜੇ ਓਵਰਆਲ ਇਹਦਾ ਦੱਸਦਾ, ਇੱਕ ਪੈਰਾਗ੍ਰਾਫ ਦੇ ਵਿੱਚ 1 2 3 4 BP1 ਚ ਆਈਆਂ ਨੇ। ਸ਼ੁਰੂ ਕਰਿਆ ਆਫਟਰ ਐਨਾਲਾਈਜ਼ਿੰਗ ਦਾ ਮੈਪਸ ਤੋਂ, ਜਦੋਂ ਪਹਿਲੇ ਨੂੰ ਕੰਪੈਰੀਜ਼ਨ ਕੀਤਾ ਤਾਂ ਵਾਈਲ, ਕੋਈ ਵੀ ਈਅਰ ਲਿਖਣਾ ਉਹ ਤੋਂ ਬਾਅਦ ਕੌਮਾ, ਆ ਦੇਖੋ ਆ ਰਿਹਾ ਕੌਮਾ, ਠੀਕ ਹੈ। ਜਦੋਂ ਇੱਕ ਸਟਰਕਚਰ ਨੂੰ ਮੈंने ਪੂਰਾ ਦੱਸਦਾ ਵੀ ਆਹ ਚੀਜ਼ ਹੋ ਗਈ, ਉਸ ਨੇ ਕਨੈਕਟਰ ਯੂਜ਼ ਕੀਤਾ ਫਰਦਰ ਮੋਰ, ਵੀ ਇਹ ਤੋਂ ਅੱਗੇ ਇਹਨਾਂ ਦੇ ਆਪਸ ਚ ਕੰਪੈਰੀਜ਼ਨ ਨੂੰ ਮੈंने ਲਿਖਿਆ ਤੇ ਹਾਊਐਵਰ, ਠੀਕ ਹੈ। ਜਦੋਂ ਇਹ ਪੂਰਾ ਹੋ ਗਿਆ ਫਿਰ ਮੈंने ਸਿੱਧਾ ਲਿਖਤਾ, ਮੈਂ ਕਿਹਾ ਫਾਰਮਲੈਂਡ ਉੱਥੇ ਸਾਊਥ ਈਸਟਰਨ ਪਾਸੇ ਸੀ, ਇੱਥੇ ਵਾਈਲਸਟ ਲਾ ਕੇ ਕੀਤਾ। ਉਸ ਤੋਂ ਬਾਅਦ ਮੈंने ਐਡੀਸ਼ਨਲੀ ਵਰਡ ਲਾਇਆ, ਇਹ ਫਰਦਰ ਮੋਰ ਵਾਂਗੂ ਸੀ ਵੀ ਹੋਰ ਮੈਂ ਕੀ ਐਡ ਕਰਦਾ, ਤਾਂ ਇੱਥੇ ਇੱਕ ਪੈਰਾਗ੍ਰਾਫ ਦੇ ਵਿੱਚ ਮੈंने 4 ਚੀਜ਼ਾਂ ਨੂੰ ਐਡ ਕਰਤਾ। ਹੁਣ ਬੋਡੀ ਪੈਰਾਗ੍ਰਾਫ ਜਿਹੜਾ ਮੇਰਾ 2 ਆਊਗਾ, ਉਹਦੇ 'ਚ ਜਿਹੜੀਆਂ ਬਾਕੀ ਪੈਂਡਿੰਗ ਰਹਿ ਗਈਆਂ ਮੈਂ ਉਹਨਾਂ ਨੂੰ ਲਾਉਂਗਾ, ਤੇ ਉਮੀਦ ਹੈ ਤੁਹਾਨੂੰ ਪਤਾ ਲੱਗ ਰਿਹਾ ਹੋਊਗਾ ਕਿ ਰਮਨ ਕੱਲੇ ਕਨੈਕਟਰ ਤੇ ਕਿਵੇਂ ਕੰਮ ਕਰਦੇ ਆ। ਚਲੋ ਜੀ ਹੁਣ ਆਪਾਂ ਇਦਾਂ ਕਰਦੇ ਇਹਨੂੰ ਉੱਪਰ ਲੈ ਜਾਣੇ, ਇਹ ਐਵੇਂ ਯੈਸ। ਹੁਣ ਬੋਡੀ ਪੈਰਾਗ੍ਰਾਫ 2 ਨੂੰ ਸ਼ੁਰੂ ਕਰਦੇ ਲਈ ਮੇਰਾ ਕਨੈਕਟਰ ਹੈ, ਮੈਂ ਕਿਹਾ ਫਰਦਰ ਦਾ ਮੈਪਸ ਕੋਲੈਟ ਦੈਟ, ਇਹ ਤੁਸੀਂ ਪੱਕੀ ਲਾਈਨ ਯੂਜ਼ ਕਰਨੀ ਹੈ, ਫਰਦਰ ਦਾ ਮੈਪਸ ਕੋਲੈਟ ਦੈਟ। ਜੇ ਇੱਕ ਹੋਗਾ ਤਾਂ ਮੈਪ, 2 ਹੋਣਗੇ ਤਾਂ ਮੈਪਸ। ਮੈਂ ਕਿਹਾ ਨਾਰਥ ਵੈਸਟ ਡਾਇਰੈਕਸ਼ਨ ਦੇ ਵਿੱਚ, ਹੁਣ ਨਾਰਥ ਵੈਸਟ ਪਹਿਲਾਂ ਦੇਖੋ ਕਿਹੜੀ ਬਣੀ ਹੈ, ਐਵੇਂ ਆ ਰਿਹਾ ਨਾਰਥ